ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਹੇ ਰਬ ਹੇ ਸਸ ਹੇ ਕਰੁਣਾ ਨਿਧ, ਮੇਰੀ ਅਪੈ ਬੇਨਤੀ ਸੁਨ ਲੀਜੈ। ਔਰ ਨ ਮੰਗਤ ਹੋ ਤੁਮ ਤੇ ਕਛ, ਔਰ ਨ ਮੰਗਤ ਹੋ ਤੁਮ ਤੇ ਕਛ। ਚਾਹਤ ਹਉ ਚਿਤ ਮੈਂ ਸੋਈ ਕੀਜੈ, ਸਤਰਨ ਸਿਉ ਅਤ ਹੀ ਰਨ ਭੀਤਰ। ਜੂਝ ਮਰੋ ਤੋ ਸਾਚ ਭਤੀਜੈ, ਸੰਤ ਸਹਾਏ ਸਦਾ ਜਗ ਮਾਹੇ। ਸੰਤ ਸਹਾਏ ਸਦਾ ਜਗ ਮਾਹੇ, ਕਿਰਪਾ ਕਰ ਸਿਆਮ ਕੀ ਹੈ ਵਰ ਦੀਜੈ। ਕਿਰਪਾ ਕਰ ਸਿਆਮ ਕੀ ਹੈ ਵਰ ਦੀਜੈ। ਮੇਰੀ ਸਾਧੂਆਂ ਦੇ ਨਾਲ ਨੇਵ ਜਾਵੇ, ਇਹੋ ਖੈਰ ਪਾਵੀ ਮਾਲਕਾ। ਸਾਧੂਆਂ ਦੇ ਨਾਲ ਨੇਵ ਜਾਵੇ, ਇਹੋ ਖੈਰ ਪਾਵੀ ਮਾਲਕਾ। ਸਾਧੂਆਂ ਦੇ ਨਾਲ ਨਿਭ ਜਾਵੇ, ਇਹੋ ਖੈਰ ਪਾਵੀ ਮਾਲਕਾ। ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ, ਇਹੋ ਖੈਰ ਪਾਵੀ ਮਾਲਕਾ। ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ, ਇਹੋ ਖੈਰ ਪਾਵੀ ਮਾਲਕਾ। ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ, ਇਹੋ ਖੈਰ ਪਾਵੀ ਮਾਲਕਾ। ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ, ਨਾਲ ਨਿਭ ਜਾਵੇ, ਇਹੋ ਖੈਰ ਪਾਵੀ ਮਾਲਕਾ। ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ,
ਮਾਲਕਾ ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਪਿਆਰੇ ਜੀ ਇਹੋ ਖੈਰ ਪਾਵੀ ਮਾਲਕਾ ਪਿਆਰੇ ਜੀ ਇਹੋ ਖੈਰ ਪਾਵੀ ਮਾਲਕਾ ਓ ਪਿਆਰੇ ਜੀ ਇਹੋ ਖੈਰ ਪਾਵੀ ਮਾਲਕਾ ਪਿਆਰੇ ਜੀ ਇਹੋ ਖੈਰ ਪਾਵੀ ਮਾਲਕਾ ਇਹੋ ਖੈਰ ਜੀ ਆਮੀ ਮਾਲਕਾ ਇਹੋ ਖੈਰ ਜੀ ਆਮੀ ਮਾਲਕਾ ਇਹੋ ਖੈਰ ਜੀ ਪਾਵੀ 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 ਮਾਲਕਾ ਤੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਹਾਰ ਨਿਭ ਜਾਵੇ ਇਹੋ ਪਾਵੀ ਮਾਲਕਾ ਤੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਤੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਤੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਤੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਮੇਰੀ ਸਾਧੂਆਂ ਦੇ ਨਾਲ ਨਿਭ ਜਾਵੇ ਇਹੋ ਖੈਰ ਪਾਵੀ ਮਾਲਕਾ ਕਿਰਪਾਲ ਸੁਆਮੀ ਮੇਰੇ ਸੰਤਾਨ ਭੁੱਲੇ ਤੇ ਜਮ ਮਰਦੇ ਤੇ ਨਾ ਚੁੱਪ ਰਹਾਵੇ ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਪਾਰ ਬਖਸ਼ਿਸ਼ ਕੀਤੀ ਹੈ। ਬਹੁਤ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ, ਸਾਰਾ ਹੀ ਪਰਿਵਾਰ, ਬੱਚੇ ਬੱਚੀਆਂ ਨੇ ਰਲ ਮਿਲ ਕੇ ਮਹਾਨ ਉਦਮ ਉਪਰਾਲਾ ਕੀਤਾ ਹੈ। ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਚਰਨ ਪਰਸੇ, ਸੰਗਤਾਂ ਦੇ ਚਰਨ ਪਰਸੇ ਉਪਰੰਤ ਸੰਪਰਦਾਇ ਨਾਨਕਸਰ ਕਲੇਰਾਂ ਦੇ ਬਾਨੀ ਮਹਾਂਪੁਰਖ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਈਸਰ ਸਿੰਘ ਜੀ ਮਹਾਰਾਜ, ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜੋ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਗੁਰਦੁਆਰਾ ਸ੍ਰੀ ਗੁਰੂ ਨੌਵੀਂ ਪਾਤਸ਼ਾਹੀ
ਜਿੱਥੇ ਸਤਿਗੁਰੂ ਜੀ ਦਾ ਸੋਹਣਾ ਦਰਬਾਰ ਸਜਿਆ, ਰਲ ਮਿਲ ਕੇ ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸਾਡੇ ਤੋਂ ਪਹਿਲਾਂ ਵੀ ਆਪ ਜੀ ਨੇ ਸਤਿਕਾਰਯੋਗ ਜਥੇ ਪਾਸੋਂ ਕੀਰਤਨ ਸਰਵਣ ਕੀਤਾ, ਗੁਰਮਤਿ ਦੀਆਂ ਵਿਚਾਰਾਂ ਸਰਵਣ ਕੀਤੀਆਂ। ਆਓ ਜਿਤਨਾ ਕੁ ਸਮਾਂ ਹੋਰ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀ। ਇਕਾਗਰਤਾ ਦੇ ਨਾਲ ਆਪਾਂ ਰਲ ਮਿਲ ਕੇ ਮਾਲਕ ਦੇ ਗੁਣ ਗਾਈਏ। ਕੋਈ ਵੀ ਰਸਨਾ ਵਾਂਝੀ ਨਾ ਰਹਿ, ਪਿਆਰ ਸਹਿਤ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡਿਆਂ ਭਾਗਾਂ ਨਾਲ ਇਹ ਸਤ ਸੰਗ ਦੀਆਂ ਘੜੀਆਂ ਬਖਸ਼ਿਸ਼ ਹੁੰਦੀਆਂ ਨੇ। ਭਾਗ ਸਵਲੜੇ ਹੋਣ, ਪੂਰਵਲੇ ਕਰਮ ਜਾਗੇ ਹੋਣ, ਤਾਂ ਇਹ ਸੁਭਾਗਾ ਸਮਾਂ ਬਖਸ਼ਿਸ਼ ਹੁੰਦਾ ਹੈ। ਤੇ ਜਿਨ੍ਹਾਂ ਨੇ ਇਸ ਭਾਗੇ ਸਮੇਂ ਨੂੰ ਸਾਂਭ ਲਿਆ ਭਾਈ, ਉਹ ਫਿਰ ਗੁਰੂ ਸਾਹਿਬ ਜੀ ਦੀ ਮਿਹਰ ਦੇ ਪਾਤਰ ਬਣ ਜਾਂਦੇ ਆ। ਉਹ ਫਿਰ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ, ਉਹ ਕਹਿੰਦੇ ਜੈਸੇ ਬੋਝ ਭਰੀ ਨਾਵ, ਅੰਗਰੀ ਦੇ ਭਾਰ ਹੋਏ, ਪਾਰ ਪਰੈ ਪੂਰ ਸਭੈ ਕੁਸਲ ਬਿਹਾਤ ਹੈ। ਜਿਹੜੀ ਕਹਿੰਦੇ ਬੇੜੀ ਹੁੰਦੀ ਹੈ ਨਾ, ਉਹ ਪਾਣੀ ਦੇ ਵਿੱਚ 2 ਉਂਗਲਾਂ ਹੀ ਡੁੱਬਦੀ ਹੈ। ਜਿਹੜੀ ਬੇੜੀ ਹੁੰਦੀ ਹੈ ਉਹ ਪਾਣੀ ਦੇ ਵਿੱਚ 2 ਉਂਗਲਾਂ ਹੀ ਡੁੱਬਦੀ ਹੈ, ਪਰ ਜਿੰਨੀਆਂ ਸਵਾਰੀਆਂ ਉਹਦੇ ਵਿੱਚ ਬੈਠੀਆਂ ਹੁੰਦੀਆਂ, ਉਹਨਾਂ ਸਵਾਰੀਆਂ ਨੂੰ, ਉਹਨਾਂ ਯਾਤਰੂਆਂ ਨੂੰ ਕੁਸ਼ਲ ਮੰਗਲ ਦੇ ਨਾਲ, ਸੁਖ ਸ਼ਾਂਤੀ ਦੇ ਨਾਲ ਉਹ ਨਦੀ ਦੇ, ਦਰਿਆ ਦੇ ਦੂਸਰੇ ਕਿਨਾਰੇ ਲਾ ਦਿੰਦੀ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਏਕਾ ਹਾਰੀ ਏਕ ਘਰੀ ਪਾਕਸ਼ਾਲਾ ਬੈਠ, ਭੋਜਨ ਕੈ ਬਿੰਜਨ ਸਵਾਦ ਕੇ ਅਗਾਤ ਹੈ। ਪਾਕਸ਼ਾਲਾ ਕਹਿੰਦੇ ਨੇ ਰਸੋਈ ਨੂੰ, ਜਿੱਥੇ ਭੋਜਨ ਬਣਦਾ ਹੈ। ਕਹਿੰਦੇ ਰਸੋਈ ਘਰ ਦੇ ਵਿੱਚ ਬੈਠ ਕੇ ਆਪਾਂ ਇੱਕ ਸਮੇਂ ਕਿੰਨੀਆਂ ਕੁ ਰੋਟੀਆਂ ਖਾ ਲਾਂਗੇ, ਕਿੰਨੇ ਕੁ ਪ੍ਰਸ਼ਾਦੇ ਛਕ ਲਵਾਂਗੇ। ਕਹਿੰਦੇ ਇੱਕ ਟਾਈਮ ਛਕਿਆ ਹੋਇਆ ਪ੍ਰਸ਼ਾਦਾ ਪੂਰੇ ਦਿਨ ਦੀ ਭੁੱਖ ਖਤਮ ਕਰ ਦਿੰਦਾ ਹੈ, ਜੇ ਸਬਰ ਨਾਲ ਛਕੀਏ, ਸੰਤੋਖ ਨਾਲ ਛਕੀਏ। ਰਸੋਈ ਇੱਕ ਟਾਈਮ ਛਕਿਆ ਹੋਇਆ ਪ੍ਰਸ਼ਾਦਾ ਪੂਰੇ ਦਿਨ ਦੀ ਭੁੱਖ ਖਤਮ ਕਰ ਦਿੰਦਾ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਰਾਜ ਦੁਆਰ ਜਾਏ, ਕਰਤ ਜੁਹਾਰ ਜਨ, ਏਕ ਘਰੀ ਪਾਛੈ ਦੇਸ ਭੋਗਤਾ ਹੋਏ ਖਾਤ ਹੈ। ਕਹਿੰਦੇ ਜਿਵੇਂ ਕੋਈ ਰਾਜੇ ਦੇ ਦਵਾਰ ਜਾ ਕੇ ਰਾਜੇ ਦੀ ਜੈ ਜੈਕਾਰ ਕਰੇ, ਰਾਜੇ ਨੂੰ ਸਲਾਮ ਦੁਆ ਕਰੇ, ਪਰ ਕਹਿੰਦੇ ਕਦੇ ਨਾਗਾ ਨਾ ਪੈਣ ਦਵੇ।
ਉਹਨੇ ਨੇਮ ਹੀ ਬਣਾ ਲਿਆ ਵੀ ਰੋਜ਼ ਰਾਜੇ ਦੇ ਦਰਬਾਰ ਜਾਣਾ ਹੀ ਜਾਣਾ, ਜਾ ਕੇ ਰਾਜੇ ਦੀ ਸੋਭਾ ਵਡਿਆਈ ਜੈ ਜੈਕਾਰ ਕਰਨੀ ਹੀ ਕਰਨੀ ਹੈ। ਕਹਿੰਦੇ ਫਿਰ ਇੱਕ ਦਿਨ ਐਸਾ ਆ ਜਾਂਦਾ ਹੈ ਜਦੋਂ ਰਾਜੇ ਦੀ ਖੁਸ਼ੀ ਹੋ ਜਾਂਦੀ ਹੈ ਵੀ ਇਹ ਰੋਜ਼ ਆਉਂਦਾ ਹੈ, ਇਹਨੇ ਕਦੇ ਨਹੀਂ ਨਾਗਾ ਪੈਣ ਦਿੰਦਾ, ਇਹ ਮੇਰਾ ਇੰਨਾ ਸਤਿਕਾਰ ਕਰਦਾ, ਇਹ ਮੇਰੇ ਨਾਲ ਇੰਨਾ ਪਿਆਰ ਕਰਦਾ, ਰੋਜ਼ ਆ ਕੇ ਮੇਰੀ ਸੋਭਾ ਕਰਦਾ ਹੈ, ਰੋਜ਼ ਆ ਕੇ ਮੇਰੀ ਵਡਿਆਈ ਕਰਦਾ ਹੈ। ਕਹਿੰਦੇ ਫਿਰ ਰਾਜਾ ਖੁਸ਼ੀ ਵਿੱਚ ਆ ਕੇ ਨਾ ਉਹਨੂੰ ਇਨਾਮ ਦਿੰਦਾ, ਤੇ ਕਈ ਵਾਰ ਰਾਜੇ ਦਾ ਦਿੱਤਾ ਹੋਇਆ ਇਨਾਮ ਕਈਆਂ ਪੀੜ੍ਹੀਆਂ ਦੀ ਰੋਜੀ ਬਣਾ ਦਿੰਦਾ। ਰਾਜੇ ਦਾ ਦਿੱਤਾ ਹੋਇਆ ਇਨਾਮ ਕਈਆਂ ਪੀੜ੍ਹੀਆਂ ਦੀ ਰੋਜੀ ਬਣਾ ਦਿੰਦਾ, ਰਿਜ਼ਕ ਬਣਾ ਦਿੰਦਾ। ਪਰ ਕੋਈ ਕਿਤੇ ਸਾਰੀ ਦਿਹਾੜੀ ਤੇ ਨਹੀਂ ਜੈ ਜੈਕਾਰ ਕਰਦਾ ਰਹਿੰਦਾ, ਕੋਈ ਸਾਰੀ ਦਿਹਾੜੀ ਤੇ ਨਹੀਂ ਸੋਭਾ ਵਡਿਆਈ ਕਰਦਾ ਰਹਿੰਦਾ, ਕੁਝ ਸਮਾਂ ਹੁੰਦਾ ਜਾਣ ਦਾ। ਐਵੇਂ ਭਾਈ ਗੁਰਦਾਸ ਜੀ ਕਹਿੰਦੇ ਤੂੰ ਵੀ ਨੇਮ ਬਣਾ ਲਾ, ਆਪਣੀ ਜ਼ਿੰਦਗੀ ਦਾ ਨਿਯਮ ਬਣਾ ਲਾ। ਕੀ ਨਿਯਮ ਬਣਾਉਣਾ? ਕਹਿੰਦੇ 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ, 8 ਹੀ ਪਹਿਰ 60 ਘੜੀ ਮੈਂ ਜੋ ਏਕ ਘੜੀ, ਸਾਖ ਸਮਾਗਮ ਕਰੈ ਨਿਜ ਘਰ ਜਾਤ ਹੈ। ਕਹਿੰਦੇ 8 ਪਹਿਰ ਹੁੰਦੇ ਆ, 8 ਪਹਿਰਾਂ ਦੇ ਵਿੱਚ 60 ਘੜੀਆਂ ਹੁੰਦੀਆਂ। ਕਹਿੰਦੇ ਉਹਨਾਂ ਘੜੀਆਂ ਦੇ ਵਿੱਚੋਂ ਨਾ ਇੱਕ ਘੜੀ ਸੱਚੇ ਪਾਤਸ਼ਾਹ ਦੀ ਸੰਗਤ ਮੈਂ ਕਰਨੀ ਹੀ ਕਰਨੀ ਹੈ, ਉਹਦੇ ਗੁਣਾਂ ਨੂੰ ਮੈਂ ਗਾਉਣਾ ਹੀ ਗਾਉਣਾ। ਫਿਰ ਕੀ ਹੋਏਗਾ? ਕਹਿੰਦੇ ਨਿਜ ਘਰ ਜਾਤ ਹੈ। ਕਹਿੰਦੇ ਜਦੋਂ ਨੇਮ ਨਾਲ ਪ੍ਰੇਮ ਨਾਲ ਰੋਜ਼ ਜਾ ਕੇ ਸੋਭਾ ਵਡਿਆਈ ਕਰੇਗਾ ਨਾ, ਭਾਵੇਂ 60 ਘੜੀਆਂ ਦੇ ਵਿੱਚ ਇੱਕ ਘੜੀ ਹੋਈ ਸਾਂਭ ਲਈ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ, ਕਬੀਰ ਏਕ ਘੜੀ ਆਦੀ ਘੜੀ ਗੋਸ਼ਟੇ ਜੋ ਕੀਨੇ ਸੋ ਲਾਭ। ਕਹਿੰਦੇ ਲਾਭ ਕਿੰਨਾ, ਸੋਭਾ ਕਿੰਨੀ, ਵਡਿਆਈ ਕਿੰਨੀ। ਨਿਜ ਘਰ ਜਾਤ ਹੈ। ਮਹਾਰਾਜ ਕਹਿੰਦੇ ਫਿਰ ਤੈਨੂੰ ਨਿਜ ਘਰ ਦਾ ਵਾਸੀ ਬਣਾ ਲੈਣਗੇ, ਉਹਦੇ ਘਰ ਵਿੱਚ ਤੇਰੀ ਸਾਂਝ ਪੈ ਜਾਏਗੀ, ਉਹਦੇ ਘਰ ਵਿੱਚ ਤੇਰੀ ਥਾਂ ਬਣ ਜਾਏਗੀ। ਜਦੋਂ ਉਹਦੇ ਘਰ ਵਿੱਚ, ਉਹਦੇ ਹਿਰਦੇ ਵਿੱਚ ਤੇਰੀ ਥਾਂ ਬਣ ਗਈ ਨਾ ਭਾਈ, ਫਿਰ ਲੋਕ ਸੁਖੀਆ ਪਰਲੋਕ ਸਹੇਲਾ, ਪਰਲੋਕ ਦੇ ਸੁਖ ਵੀ ਤੇਰੀ ਝੋਲੀ ਵਿੱਚ ਪੈ ਜਾਣਗੇ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੇ ਲੋੜੈ ਸਦਾ ਸੁਖ ਭਾਈ। ਕਹਿੰਦੇ ਜੇ ਸਦੀਵ ਕਾਲ ਵਾਸਤੇ ਤੂੰ ਸੁਖ ਲੋੜਦਾ ਨਾ, ਮੈਂ ਸੁਖੀ ਹੋ ਜਾ। ਸੁਖ ਇੱਕ ਅੰਦਰ ਦਾ ਹੁੰਦਾ, ਇੱਕ ਬਾਹਰ ਦਾ ਹੁੰਦਾ। ਕਈ ਵਾਰ ਕਿਸੇ ਕੋਲ ਮਾਇਆ ਆ ਜਾਂਦੀ ਹੈ, ਵੱਡੀਆਂ ਕੋਠੀਆਂ ਬਣਾ ਲੈਂਦਾ, ਬੜੀ ਜਾਇਦਾਦ ਬਣਾ ਲੈਂਦਾ, ਘਰ-ਬਾਰ ਬੜਾ ਸੋਹਣਾ ਬਣਾ ਲਿਆ, ਤੇ ਵੇਖਣ ਵਾਲਾ ਕਹਿੰਦਾ ਇਹ ਬੜਾ ਸੁਖੀ ਹੈ। ਪਰ ਉਹਨੂੰ ਪੁੱਛ ਕੇ ਵੇਖੋ ਵੀ ਉਹ ਸੁਖੀ ਹੈ? ਬਾਣੀ ਕਹਿੰਦੀ ਵੱਡੇ ਵੱਡੇ ਜੋ ਦੀਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ। ਜਿੰਨਾ ਕੋਈ ਵੇਖਣ ਨੂੰ ਵੱਡਾ ਦਿਸਦਾ ਉਨੀ ਉਹਨੂੰ ਚਿੰਤਾ ਲੱਗੀ ਹੈ। ਸੁਖ ਨਹੀਂ। ਜਦੋਂ ਪਰਮਾਤਮਾ ਦੀ ਬਖਸ਼ਿਸ਼ ਹੋ ਗਈ, ਮਿਹਰ ਹੋ ਗਈ, ਤੈਨੂੰ ਅੰਦਰ ਦਾ ਸੁਖ ਵੀ ਮਿਲ ਜਾਏਗਾ। ਫਿਰ ਭਾਵੇਂ ਤੂੰ ਪੱਖਾਂ ਦੀ ਗੁੱਲੀ ਵਿੱਚ ਹੀ ਰਹਿਣਾ, ਉੱਥੇ ਹੀ ਆਨੰਦ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਥੇ ਹੀ ਆਨੰਦ ਹੈ। ਇਸ ਕਰਕੇ ਬਾਣੀ ਕਹਿੰਦੀ ਹੈ ਜੇ ਲੋੜ ਹੈ ਸਦਾ ਸੁਖ ਭਾਪੀਐ, ਕੇਵਲ ਨਾਮ ਸਾਧੋ ਸੰਗਤ ਪਾਰ ਗ੍ਰਾਮ। ਮਹਾਂਪੁਰਖ ਪੜਿਆ ਕਰਦੇ ਆ ਧਾਰਨਾ, ਉਹ ਜੇ ਤੂੰ ਲੋੜ
ਕਰ ਲੈ ਸਾਧੂਆਂ ਦੀ। ਸੰਗਤ ਕਰ ਲੈ ਸਾਧੂਆਂ ਦੀ। ਬੋਲੋ ਸਾਰੇ ਹਾਂ ਸੰਗਤ ਕਰ ਲੈ ਸਾਧੂਆਂ ਦੀ। ਸਦਾ ਸੁਖ ਪਾਈ, ਸਾਧੂ ਸੰਗਤ ਗੁਰ ਹੈ ਬਤਾਈ। ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗੁਰਾਮ। ਕਹਿੰਦੇ ਸਾਧੂਆਂ ਦੀ ਸੰਗਤ ਲੋਕ ਦੇ ਵੀ ਸੁਖ ਬਖਸ਼ ਦਿੰਦੀ ਹੈ ਤੇ ਪਰਲੋਕ ਦੇ ਵੀ ਸੁਖ ਬਖਸ਼ ਦਿੰਦੀ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ ਇੱਕ ਵਾਰ ਦੀਪਾਲਪੁਰ ਵਿਖੇ ਨਹਿਰ ਦੇ ਕਿਨਾਰੇ ਕਿਨਾਰੇ ਜਾ ਰਹੇ। ਦੁਪਹਿਰ ਦਾ ਸਮਾਂ ਹੈ। ਅਚਾਨਕ ਬਾਬਾ ਜੀ ਜਾਂਦੇ ਜਾਂਦੇ ਰੁਕ ਗਏ। ਸੇਵਾਦਾਰ ਨੂੰ ਕਹਿਣ ਲੱਗੇ, ਭਾਈ ਪ੍ਰਸ਼ਾਦਾ ਛਕਣ ਦੀ ਇੱਛਾ ਹੋ ਰਹੀ ਹੈ। ਪ੍ਰਸ਼ਾਦ ਵਾਰੀ ਸੁਣ ਕੇ ਹੈਰਾਨ ਜਿਹਾ ਹੋ ਗਿਆ। ਹੈਰਾਨ ਹੋਣ ਦਾ ਕਾਰਨ ਇਹ ਸੀ ਕਿ ਬਾਬਾ ਆਨੰਦ ਸਿੰਘ ਜੀ ਮਹਾਰਾਜ 24 ਘੰਟਿਆਂ ਦੇ ਵਿੱਚ ਅੱਧਾ ਪ੍ਰਸ਼ਾਦਾ ਛਕਦੇ ਸੀ।
ਦੇ ਰਸਨਾ ਪਵਿੱਤਰ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਸੇਵਾਦਾਰ ਨੂੰ ਕਹਿਣ ਲੱਗੇ, ਭਾਈ ਦੇ ਭਾਈ ਪ੍ਰਸ਼ਾਦੇ ਦੀ ਇੱਛਾ ਹੋ ਰਹੀ ਹੈ, ਕੋਈ ਪ੍ਰਬੰਧ ਹੋ ਸਕਦਾ? ਸੁਣ ਕੇ ਸੇਵਾਦਾਰ ਹੈਰਾਨ ਹੋ ਗਿਆ। ਹੈਰਾਨ ਹੋਣ ਦਾ ਕਾਰਨ ਇਹ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ 24 ਘੰਟਿਆਂ ਦੇ ਵਿੱਚ ਅੱਧਾ ਪ੍ਰਸ਼ਾਦਾ ਛਕਦੇ ਸੀ। ਕਈ ਵਾਰੀ ਸੇਵਾਦਾਰਾਂ ਨੇ ਕਹਿਣਾ, ਮਹਾਰਾਜ ਅੱਧੇ ਪ੍ਰਸ਼ਾਦੇ ਦੇ ਨਾਲ ਤੁਹਾਡੀ ਤ੍ਰਿਪਤੀ ਹੋ ਜਾਂਦੀ ਹੈ, ਅੱਧੇ ਪ੍ਰਸ਼ਾਦੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਂਦਾ ਹੈ। ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੇ ਕਹਿਣਾ ਵੀ ਨਾਮ ਦਾ ਆਧਾਰ ਇੰਨਾ, ਸਾਨੂੰ ਅੱਧੇ ਪ੍ਰਸ਼ਾਦੇ ਦੀ ਵੀ ਭੁੱਖ ਨਹੀਂ ਹੁੰਦੀ। ਇਹ ਅੱਧਾ ਪ੍ਰਸ਼ਾਦਾ ਵੀ ਸਾਨੂੰ ਤਾਂ ਛਕਣਾ ਪੈਂਦਾ, ਗੁਰੂ ਸਾਹਿਬ ਜੀ ਦੀਆਂ ਕਿਤੇ ਇਹ ਪੰਗਤੀਆਂ ਸਾਡੇ ਤੇ ਨਾ ਲਾਗੂ ਹੋ ਜਾਣ। ਛੋਟੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਹੋਏ। ਅਸੀਂ ਤੇ ਤਾਂ ਛਕਦੇ ਆਂ ਅੱਧਾ ਪ੍ਰਸ਼ਾਦਾ ਵੀ, ਕਿਤੇ ਮਹਾਰਾਜ ਦੇ ਜਦੋਂ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਦੇ ਕਿਨਾਰੇ ਤੇ ਪਹੁੰਚੇ। 2:30 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ। ਦਰਖਤਾਂ ਦੇ ਪੱਤੇ ਤੋੜ ਤੋੜ ਕੇ ਵੀ ਖਾਧੇ, ਛੱਕ ਲਾ ਕੇ ਵੀ ਖਾਧੇ, ਪਰ ਕਦੇ ਤੁਸੀਂ ਨਹੀਂ ਕਿਹਾ ਵੀ ਭੁੱਖ ਲੱਗੀ ਹੈ। ਅੱਜ ਮਹਾਰਾਜ ਸਰਸਾ ਦੇ ਕਿਨਾਰੇ ਤੇ, ਜਿੱਥੇ ਫੌਜਾਂ ਦੇ ਦਲ ਪਿੱਛੇ ਚੜ ਕੇ ਆ ਰਹੇ ਨੇ, ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ, ਤੇ ਇੱਥੇ ਆਪਣੇ ਕੋਲ ਕੋਈ ਪ੍ਰਬੰਧ ਵੀ ਨਹੀਂ ਪ੍ਰਸ਼ਾਦੇ ਦਾ। ਇੱਥੇ ਮਹਾਰਾਜ ਤੁਸੀਂ ਕਹਿ ਰਹੇ ਹੋ ਭੁੱਖ ਲੱਗੀ ਹੈ। ਆਪ ਜੀ ਕਿਹੜੀ ਮੌਜ ਵਿੱਚੋਂ? ਤੇ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਜੀ ਸਾਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ। ਕਹਿੰਦੇ ਮਹਾਰਾਜ ਫਿਰ ਭੁੱਖ ਕਾਹਦੀ ਲੱਗੀ ਹੈ? ਮਹਾਰਾਜ ਕਹਿਣ ਲੱਗੇ, ਜਦੋਂ ਆਪਾਂ ਆਨੰਦਪੁਰ ਸਾਹਿਬ ਸਾਰਾ ਪਰਿਵਾਰ ਇਕੱਠੇ ਵਸਦੇ ਸੀ, 2:30 ਵੱਜਦੇ ਸੀ ਅੰਮ੍ਰਿਤ ਵੇਲੇ, ਤੇ ਆਪਾਂ ਕੀ ਕਰਦੇ ਸੀ? ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਬਾਣੀ ਪੜ੍ਹਨੀ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸੀ। ਤੇ ਮਹਾਰਾਜ ਕਹਿਣ ਲੱਗੇ, ਸਾਨੂੰ ਪ੍ਰਸ਼ਾਦੇ ਦੀ ਭੁੱਖ ਨਹੀਂ ਲੱਗੀ ਭਾਈ, ਸਾਨੂੰ ਤੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਭੁੱਖ ਲੱਗੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨਿਆਵੀ ਭੁੱਖ ਨੇ ਤੇ ਸਾਨੂੰ 8 ਮਹੀਨੇ ਅਸੀਂ ਕੱਟ ਲਏ, ਤੰਗ ਹੀ ਨਹੀਂ ਕੀਤਾ, ਕਿਉਂਕਿ ਨਾਮ ਦਾ ਆਧਾਰ ਜਿਉਂ ਸੀ। ਪਰ ਅੱਜ ਅੰਮ੍ਰਿਤ ਵੇਲੇ ਦੇ 2:30 ਵਜੇ ਨੇ, ਕੀਰਤਨ ਦੀ ਭੁੱਖ ਲੱਗੀ ਹੈ, ਸਾਨੂੰ ਹੁਣ ਤੰਗ ਕਰਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਿਆ ਸਿਓ ਭਾਈ, ਭੁੱਖ ਲੱਗੀ ਹਰੀ ਦੇ ਨਾਮ ਦੀ, ਲੱਗੀ ਹਰੀ ਦੇ ਨਾਮ ਦੀ, ਹਰੀ ਦੇ ਨਾਮ ਦੀ ਭੁੱਖ ਲੱਗੀ, ਹਰੀ ਦੇ ਨਾਮ ਦੀ ਲੱਗੀ, ਹਰੀ ਦੇ ਨਾਮ ਦੀ ਭੁੱਖ ਲੱਗੀ, ਹਰੀ ਦੇ ਨਾਮ ਦੀ, ਹਰੀ ਦੇ ਨਾਮ ਦੀ ਲੱਗੀ, ਹਰੀ ਦੇ ਨਾਮ ਦੀ ਲੱਗੀ।
ਉਤ ਭੁਖੈ ਖਾਏ ਚੱਲੀਐ ਦੂਖ। ਭਾਈ ਦਇਆ ਸਿੰਘ ਸਾਨੂੰ ਤੇ ਹਰੀ ਦੇ ਨਾਮ ਦੀ ਭੁੱਖ ਲੱਗੀ ਹੈ, ਦੁਨਿਆਵੀ ਪ੍ਰਸ਼ਾਦਿਆਂ ਦੀ ਭੁੱਖ ਨਹੀਂ ਲੱਗੀ। ਉਹ ਤੇ ਮਾਲਕ ਦੀ ਕਿਰਪਾ, ਉਹਨੇ ਸਾਨੂੰ ਕਦੇ ਸਤਾਇਆ ਹੀ ਨਹੀਂ। ਜਿਨ੍ਹਾਂ ਕੋਲ ਨਾਮ ਦਾ ਆਧਾਰ ਹੋਵੇ ਉਹਨਾਂ ਦੀਆਂ ਦੁਨਿਆਵੀ ਭੁੱਖਾਂ ਖਤਮ ਹੋ ਜਾਂਦੀਆਂ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਮੇਰਾ ਆਧਾਰੋ। ਕਿਉਂਕਿ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਕਹਿੰਦੇ ਸੀ ਨਾਮ ਦਾ ਆਧਾਰ ਇੰਨਾ ਵੀ ਦੁਨਿਆਵੀ ਭੁੱਖ ਲੱਗਦੀ ਹੋਈ ਨਹੀਂ। ਪਰ ਅੱਜ ਆਪ ਕਹਿ ਰਹੇ ਨੇ ਵੀ ਪ੍ਰਸ਼ਾਦੇ ਦਾ ਪ੍ਰਬੰਧ ਹੋ ਸਕਦਾ, ਭੁੱਖ ਲੱਗੀ ਹੈ। ਸੇਵਾਦਾਰ ਕਹਿਣ ਲੱਗੇ ਮਹਾਰਾਜ ਆਪਾਂ ਨਗਰ ਤੋਂ ਬੜੀ ਦੂਰ ਆ ਗਏ, ਹੁਣ ਜੇ ਮੈਂ ਨਗਰ ਵਿੱਚ ਜਾਵਾਂਗਾ ਪ੍ਰਸ਼ਾਦਾ ਲੈ ਕੇ ਆਵਾਂਗਾ, ਆਉਣ ਜਾਣ ਦੇ ਵਿੱਚ ਕਾਫੀ ਸਮਾਂ ਲੱਗ ਜਾਣਾ। ਜਿਵੇਂ ਆਪ ਜੀ ਦੀ ਆਗਿਆ ਹੋਵੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਗੱਲ ਤੇ ਤੇਰੀ ਠੀਕ ਹੈ, ਪਹਿਲਾਂ ਜਾਵੇਂਗਾ ਫੇਰ ਆਵੇਂਗਾ, ਆਉਣ ਜਾਣ ਦੇ ਵਿੱਚ ਸਮਾਂ ਕਾਫੀ ਲੱਗ ਜਾਣਾ। ਦੁਪਹਿਰ ਦਾ ਸਮਾਂ ਹੋ ਸਕਦਾ ਕੋਈ ਬੀਬੀ ਭੈਣ ਆਪਣੇ ਖੇਤਾਂ ਨੂੰ ਪ੍ਰਸ਼ਾਦੇ ਲੈ ਕੇ ਜਾਂਦੀ ਹੋਵੇ। ਨਜ਼ਰ ਮਾਰ ਕੇ ਵੇਖੋ, ਕਹਿੰਦੇ ਜਦੋਂ ਸੇਵਾਦਾਰਾਂ ਨੇ ਨਜ਼ਰ ਮਾਰੀ, ਇੱਕ ਬੀਬੀ ਆਪਣੇ ਖੇਤਾਂ ਨੂੰ ਸਾਧ ਸੰਗਤ ਪ੍ਰਸ਼ਾਦੇ ਲੈ ਕੇ ਸੱਚਮੁੱਚ ਜਾ ਰਹੀ ਹੈ। ਮਹਾਰਾਜ ਉਹ ਇੱਕ ਬੀਬੀ ਜਾਂਦੀ ਹੈ, ਪ੍ਰਸ਼ਾਦਿਆਂ ਵਾਲਾ ਟੋਕਰਾ ਉਹਨੇ ਸਿਰ ਤੇ ਚੁੱਕਿਆ ਹੋਇਆ। ਬਾਬਾ ਜੀ ਕਹਿੰਦੇ ਜਾਓ ਪੁੱਛ ਕੇ ਆਓ, ਜੇ ਉਹਦੇ ਕੋਲ 2-4 ਪ੍ਰਸ਼ਾਦੇ ਵੱਧ ਹੋਣ ਤੇ ਆਪਾਂ ਛਕ ਲਵਾਂਗੇ। ਕਹਿੰਦੇ ਜੀ 7 ਵਚਨ। ਸੇਵਾਦਾਰ ਗਏ ਭੱਜ ਕੇ, ਜਾ ਕੇ ਕਹਿਣ ਲੱਗੇ ਬੀਬਾ ਜੀ ਅਸੀਂ ਕਲੇਰਾਂ ਵਾਲੇ ਮਹਾਂਪੁਰਖ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਸੇਵਕ ਹਾਂ। ਮਹਾਂਪੁਰਖ ਉਹ ਨਹਿਰ ਦੇ ਕਿਨਾਰੇ ਤੇ ਬੈਠੇ ਆ,
ਪ੍ਰਸ਼ਾਦੇ ਦੀ ਇੱਛਾ ਕਰ ਰਹੇ ਨੇ। ਮਹਾਂਪੁਰਖਾਂ ਦੀ ਸੇਵਾ ਕਰਮਾਂ ਨਾਲ ਮਿਲਦੀ ਹੈ। ਜੇ ਤੁਹਾਡੇ ਕੋਲ 2-4 ਪ੍ਰਸ਼ਾਦੇ ਵੱਧ ਨੇ ਤੇ ਆਪ ਜੀ ਸੇਵਾ ਝੋਲੀ ਵਿੱਚ ਪਵਾਓ, ਮਹਾਂਪੁਰਖਾਂ ਨੂੰ ਪ੍ਰਸ਼ਾਦਾ ਛਕਾ ਕੇ ਖੁਸ਼ੀਆਂ ਲਓ। ਉਹ ਬੀਬੀ ਨੇ ਜਦੋਂ ਸੁਣਿਆ ਵੀ ਕਲੇਰਾਂ ਵਾਲੇ ਮਹਾਂਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ, ਨਾਂ ਸੁਣ ਕੇ ਚਾਅ ਚੜ ਗਿਆ। ਕਹਿਣ ਲੱਗੀ ਜੀ ਧੰਨ ਭਾਗ ਜੇ ਉਹਨਾਂ ਦੇ ਦਰਸ਼ਨ ਹੋ, ਧੰਨ ਭਾਗ ਜੇ ਉਹਨਾਂ ਦੀ ਸੇਵਾ ਮਿਲ ਜੇ। ਮੈਂ 2-4 ਪ੍ਰਸ਼ਾਦੇ ਰੋਜ਼ ਵੱਧ ਪਕਾ ਕੇ ਹੀ ਲਿਆਉਣੀ ਆ ਕਿ ਕੋਈ ਸਮਾਂ ਹੁੰਦਾ ਰਸਤੇ ਵਿੱਚ ਰਾਹਗੀਰ ਮਿਲ ਜਾਂਦਾ ਹੈ। ਧੰਨ ਭਾਗ ਮੇਰੇ ਸੇਵਾਦਾਰ ਦੇ ਨਾਲ ਆ ਗਈ ਬੀਬੀ, ਆ ਕੇ ਮਹਾਂਪੁਰਖਾਂ ਦੇ ਦਰਸ਼ਨ ਹੋਏ। ਐਸੇ ਪੂਰਨ ਬ੍ਰਹਮ ਗਿਆਨੀ ਨਾਮ ਦੇ ਰਸੀਏ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਅਭੇਦ ਹੋਣ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਭੇਦ ਹੋਣ, ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਮਾਂ ਨਾਲ ਮਿਲਦੇ ਆ। ਬਾਣੀ ਕਹਿੰਦੀ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਵਸ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ। ਹੁਣ ਤਾਂ ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ। ਹੁਣ ਤਾਂ ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ। ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ। ਹੁਣ ਤਾਂ ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ। ਹੁਣ ਤਾਂ ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ। ਹੁਣ ਤਾਂ ਭਲੇ ਹੀ ਭਲੇ ਦਿਨ ਆਏ ਨੇ, ਵੇਲਾ ਹੋਇਆ ਪਿਆਰਿਆਂ ਦਾ।
ਭੇਟੇ ਸਾਧੂ। ਭਲੇ ਦਿਵਸਿਓ ਆਏ ਮਹਾ ਆਨੰਦ, ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਅੱਗੇ ਰੱਖ ਦਿੱਤਾ, ਕਹਿਣ ਲੱਗੀ ਜੀ ਧੰਨ ਭਾਗ ਮੇਰੇ, ਆਪ ਜੀਆਂ ਦੇ ਦਰਸ਼ਨ ਹੋਏ, ਆਪ ਜੀ ਦੀ ਸੇਵਾ ਮਿਲੀ। ਮਹਾਂਪੁਰਖੋ ਪ੍ਰਸ਼ਾਦਾ ਹਾਜ਼ਰ ਹੈ, ਜਿੰਨਾ ਦਿਲ ਕਰਦਾ ਆਪੇ ਹੀ ਚੁੱਕ ਕੇ ਛਕ ਲਓ। ਬਾਬਾ ਆਨੰਦ ਸਿੰਘ ਜੀ ਮਹਾਰਾਜ ਟੋਕਰੇ ਵਿੱਚੋਂ 2 ਪ੍ਰਸ਼ਾਦੇ ਚੁੱਕਦੇ ਨੇ। ਅੱਧਾ ਪ੍ਰਸ਼ਾਦਾ ਮਹਾਰਾਜ ਨੇ ਆਪ ਲੈ ਲਿਆ ਤੇ ਅੱਧਾ ਪ੍ਰਸ਼ਾਦਾ ਨਾਲ ਦੇ ਸੇਵਾਦਾਰਾਂ ਨੂੰ ਦੇ ਦਿੱਤਾ। ਅੱਧਾ ਪ੍ਰਸ਼ਾਦਾ ਛਕ ਕੇ ਕਹਿਣ ਲੱਗੇ ਭਾਈ ਆਨੰਦ ਹੋ ਗਿਆ, ਆਨੰਦ ਹੋ ਗਿਆ। ਹੁਣ ਵੇਖੋ ਛਕਿਆ ਅੱਧਾ ਪ੍ਰਸ਼ਾਦਾ ਹੀ, ਜਿਹੜਾ ਰੋਜ਼ ਦਾ ਨੇਮ ਹੈ। ਸੇਵਾਦਾਰ ਨੂੰ ਭੇਜ ਕੇ ਮਾਤਾ ਨੂੰ, ਉਹ ਬੀਬੀ ਨੂੰ ਇਉਂ ਬੁਲਾਇਆ ਜਿਵੇਂ ਬੜੀ ਭੁੱਖ ਲੱਗੀ ਹੋਵੇ। ਭੁੱਖ ਦਾ ਤੇ ਬਹਾਨਾ ਸੀ, ਅਸਲ ਕਾਰਨ ਇਹ ਬੀਬੀ ਦੀ ਸੁੱਤੀ ਹੋਈ ਕਿਸਮਤ ਜਗਾਉਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪ੍ਰਸ਼ਾਦੇ ਦਾ ਸਤਿ ਸ੍ਰੀ ਅਕਾਲ। ਪ੍ਰਸ਼ਾਦੇ ਦਾ ਤੇ ਐਵੇਂ ਬਹਾਨਾ ਹੀ ਬਣਾਇਆ। ਮਹਾਂਪੁਰਖ ਜਦੋਂ ਭਲਾ ਕਰਦੇ ਆ ਨਾ ਕਿਸੇ ਦਾ, ਫਿਰ ਆਪਣਾ ਆਪ ਨਹੀਂ ਜਣਾਉਂਦੇ ਕਿ ਅਸੀਂ ਕੁਝ ਕਰ ਰਹੇ ਹਾਂ, ਕਿਉਂਕਿ ਸਾਵਰ ਅੰਦਰ ਸਾਵਰੀ ਤਾਨੇ ਵਿੱਚ ਜਲੇਨ ਹੋਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੀ। ਅੱਧਾ ਪ੍ਰਸ਼ਾਦਾ ਛਕਿਆ, ਕਹਿੰਦੇ ਜਾ ਭਾਈ ਜਾ ਕੇ ਆਪਣੇ ਮਜ਼ਦੂਰਾਂ ਨੂੰ, ਕਾਮਿਆਂ ਨੂੰ ਛਕਾ। 7 ਵਚਨ ਕਹਿ ਕੇ ਉਹ ਬੀਬੀ ਸਾਧ ਸੰਗਤ ਪ੍ਰਸ਼ਾਦੇ ਲੈ ਕੇ ਆਪਣੇ ਖੇਤਾਂ ਨੂੰ ਚਲੀ ਗਈ। ਫਿਰ ਸੇਵਾਦਾਰ ਨੂੰ ਕਹਿਣ ਲੱਗੇ ਭਾਈ ਉਹ ਬੀਬੀ ਨੇ ਆਪਣੀ ਇੰਨੀ ਸੇਵਾ ਕੀਤੀ, ਭਾਵਨਾ ਨਾਲ ਪ੍ਰਸ਼ਾਦਾ ਛਕਾਇਆ, ਆਪਾਂ ਉਹਨੂੰ ਪੁੱਛਿਆ ਹੀ ਨਹੀਂ ਕਿ ਤੈਨੂੰ ਕੋਈ ਦੁੱਖ ਤੇ ਨਹੀਂ ਹੈ, ਤੈਨੂੰ ਕੋਈ ਤਕਲੀਫ ਤੇ ਨਹੀਂ ਹੈ। ਆਪਾਂ ਗੁਰੂ ਨਾਨਕ ਸਾਹਿਬ ਜੀਆਂ ਦੇ ਚਰਨਾਂ 'ਚ ਉਹਦੀ ਅਰਦਾਸ ਕਰਦੇ। ਸੇਵਾਦਾਰ ਕਹਿਣ ਲੱਗਾ ਜੀ ਪੁੱਛਿਆ ਤੇ ਅਸੀਂ ਵੀ ਨਹੀਂ। ਕਹਿੰਦੇ ਜਾ ਫਿਰ ਜਾ ਕੇ ਪੁੱਛ ਕੇ ਆ। ਸੇਵਾਦਾਰ ਮਗਰ ਮਗਰ ਤੁਰ ਪਿਆ। ਜਿੱਥੇ ਉਹ ਬੀਬੀ ਦਾ ਖੇਤ ਸੀ ਉੱਥੇ ਜਾ ਕੇ ਮਿਲੇ। ਕਹਿੰਦੇ ਬੀਬਾ ਜੀ ਮੈਨੂੰ ਤੇ ਦੁਬਾਰੇ ਮਹਾਂਪੁਰਖਾਂ ਨੇ ਭੇਜਿਆ ਵੀ ਉਹ ਮਾਤਾ ਨੇ ਪ੍ਰਸ਼ਾਦਾ ਛਕਾਇਆ, ਆਪਾਂ ਨੂੰ ਪੁੱਛਿਆ ਹੀ ਨਹੀਂ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਹੈ। ਕਹਿਣ ਲੱਗੇ ਜੀ ਦੁੱਖਾਂ ਦਾ ਤੇ ਪੁੱਛੋ ਹੀ ਨਾ, ਇੱਕ ਨਹੀਂ ਬੜੇ ਦੁੱਖ ਨੇ। ਕਹਿੰਦੇ ਫਿਰ ਚੱਲ ਜਿੰਨੇ ਨੇ ਉਹ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ 'ਚ ਰੱਖਦੇ। ਮਹਾਂਪੁਰਖ ਖੁਸ਼ੀਆਂ ਵਿੱਚ ਬੈਠੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਨੇ ਸਾਰੇ ਜਾ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਰੱਖਦੇ। ਉਹ ਸੇਵਾਦਾਰ ਨਾਲ ਬੀਬੀ ਫਿਰ ਦੁਬਾਰੇ ਆਈ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੇ ਕੋਲ। ਬਾਬਾ ਜੀ ਕਹਿਣ ਲੱਗੇ ਭਾਈ ਤੂੰ ਪ੍ਰਸ਼ਾਦਾ ਛਕਾ ਕੇ ਗਈ, ਸੇਵਾ ਕੀਤੀ, ਅਸੀਂ ਤੈਨੂੰ ਕੁਝ ਪੁੱਛ ਹੀ ਨਹੀਂ ਸਕੇ ਵੀ ਤੈਨੂੰ ਕੋਈ ਦੁੱਖ ਤਕਲੀਫ ਤੇ ਨਹੀਂ ਹੈ। ਅਸੀਂ ਤੇਰੀ ਅਰਦਾਸ ਕਰਦੇ ਮਹਾਰਾਜ ਦੇ ਚਰਨਾਂ 'ਚ। ਵੇਖੋ ਇਹ ਨਹੀਂ ਆਖਿਆ ਵੀ ਅਸੀਂ ਦੁੱਖ ਦੂਰ ਕਰਦੇ, ਅਸੀਂ ਤੇਰਾ ਭਲਾ ਕਰਦੇ, ਨਾ ਨਾ, ਅਸੀਂ ਮਹਾਰਾਜ ਦੇ ਚਰਨਾਂ 'ਚ ਤੇਰੀ ਅਰਦਾਸ ਕਰਦੇ। ਕੋਈ ਦੁੱਖ ਤਕਲੀਫ ਹੈ ਤੇ ਦੱਸ। ਉਹ ਬੀਬੀ ਕਹਿਣ ਲੱਗੀ ਮਹਾਰਾਜ ਪਹਿਲਾ ਦੁੱਖ ਤੇ ਇਹ ਹੈ ਘਰ ਦੇ ਵਿੱਚ ਅੰਤਾਂ ਦੀ ਗਰੀਬੀ ਹੈ। ਜਿਹੜੀ ਥੋੜੀ ਬਹੁਤੀ ਜ਼ਮੀਨ ਹੈ ਮਹਾਰਾਜ ਕੋ ਗਹਿਣੇ ਪਈ ਹੈ। ਜਿਹੜੀ ਥੋੜੀ ਬਹੁਤੀ ਜ਼ਮੀਨ ਉਹ ਗਹਿਣੇ ਪਈ ਆ, ਜਿਹੜੀ ਬਚਦੀ ਹੈ ਉਹਦੇ ਵਿੱਚ ਮਾੜਾ ਮੋਟਾ ਕੋਈ ਫਸਲ ਬੀਜ ਲਈ ਦੀ ਘਰ ਦਾ ਗੁਜ਼ਾਰਾ ਕਰਦੇ ਆ।
ਘਰ ਵਾਲਾ ਮੇਰੇ ਬੜੀ ਸ਼ਰਾਬ ਪੀਂਦਾ, ਹਰ ਵੇਲੇ ਘਰ ਦੇ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ। ਕਹਿੰਦੇ ਹੋਰ, ਕਹਿਣ ਲੱਗੀ ਜੀ 15 ਸਾਲ ਹੋ ਜਾਣੇ ਆ ਮੇਰਾ ਵਿਆਹ ਹੋਏ ਨੂੰ, ਅਜੇ ਤੱਕ ਮੇਰੀ ਕੁੱਖ ਨਹੀਂ ਹਰੀ ਹੋਈ, ਨਾ ਮੇਰੀ ਝੋਲੀ ਵਿੱਚ ਧੀ ਦੀ ਦਾਤ ਪਈ ਆ, ਨਾ ਪੁੱਤਰ ਦੀ ਦਾਤ ਪਈ ਆ। ਆਪ ਜੀ ਕਿਰਪਾ ਕਰੋ, ਮਿਹਰ ਕਰੋ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਜਾ ਬੀਬਾ ਆਪਣੇ ਘਰ ਜਾ ਕੇ ਨਾ ਬਾਣੀ ਦਾ ਪਹਿਰਾ ਲਾ ਦੇ। ਬਾਣੀ ਦਾ, ਬਾਣੀ ਦੇ ਪਹਿਰੇ ਤੋਂ ਕੀ ਭਾਵ ਕਿ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਬਾਣੀ ਪੜ੍ਹਨੀ, ਵੱਧ ਤੋਂ ਵੱਧ ਜਪਜੀ ਸਾਹਿਬ ਦੇ ਪਾਠ, ਵੱਧ ਤੋਂ ਵੱਧ ਸੁਖਮਨੀ ਸਾਹਿਬ ਦੇ ਪਾਠ ਕਰਨਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਹੀਂ ਹੁੰਦਾ, ਪਰ ਜਿਹੜਾ ਮਹਾਂਪੁਰਖਾਂ ਦਾ ਬਚਨ ਕਮਾ ਲੈਂਦਾ ਨਾ ਭਾਈ, ਭਲਾ ਉਹਦਾ ਹੋ ਜਾਂਦਾ, ਉਹ ਲੈ ਜਾਂਦਾ ਕੁਝ ਨਾ ਕੁਝ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਪਾਕਿਸਤਾਨ ਤੋਂ ਆਉਂਦਾ ਸੀ ਇੱਕ ਪਰਿਵਾਰ, ਪਤੀ ਪਤਨੀ। ਹਰ ਪੂਰਨਮਾਸ਼ੀ ਤੇ ਉਹਨਾਂ ਨੇ ਆਉਣਾ ਭਾਈ। ਦੇਖੋ ਹੁਣ ਉੱਥੋਂ ਤੁਰ ਕੇ ਆਉਣਾ ਨਾਨਕਸਰ ਕਲੇਰਾਂ ਬਾਬਾ ਈਸਰ ਸਿੰਘ ਮਹਾਰਾਜ ਜੀਆਂ ਦੇ ਕੋਲ, ਫਿਰ ਤੁਰ ਕੇ ਜਾਣਾ। ਇੱਕ ਵਾਰ ਕਹਿੰਦੇ ਉਹ ਬੀਬੀ ਦਾ ਨਾ ਜੋੜਾ ਚੱਕ ਲਿਆ ਕਿਸੇ ਨੇ, ਜੋੜਾ ਚੋਰੀ ਹੋ ਗਿਆ, ਚੱਪਲਾਂ ਚੋਰੀ ਹੋ ਗਈਆਂ। ਉਹ ਬੀਬੀ ਆਪਣੀਆਂ ਚੱਪਲਾਂ ਜੋੜਾ ਭਾਲਦੀ ਫਿਰੇ। ਕੋਈ ਸੇਵਾਦਾਰ ਕਹਿੰਦਾ, ਮਾਤਾ ਕੀ ਗੱਲ ਹੋ ਗਈ? ਕਹਿੰਦੀ ਮੇਰਾ ਜੋੜਾ ਚੁੱਕਿਆ ਗਿਆ। ਅਸੀਂ ਜਾਣਾ ਤੁਰ ਕੇ, ਉਹਨਾਂ ਸਮਿਆਂ ਵਿੱਚ ਆ ਗੱਡੀਆਂ ਮੋਟਰਾਂ ਤੇ ਹੁੰਦੀਆਂ ਨਹੀਂ ਸੀ, ਅਸੀਂ ਤੁਰ ਕੇ ਜਾਣਾ ਤੇ ਹੁਣ ਨੰਗੇ ਪੈਰੀ ਮੈਂ ਕਿਵੇਂ ਜਾਵਾਂਗੀ? ਬਾਟ ਵੀ ਸਾਡੀ ਬੜੀ ਦੂਰ ਦੀ ਹੈ। ਸੇਵਾਦਾਰ ਕਹਿਣ ਲੱਗਾ, ਜਾਓ ਭਾਈ, ਬਾਬਾ ਈਸਰ ਸਿੰਘ ਮਹਾਰਾਜ ਜੀ ਕੋਲ ਸੰਗਤ ਭੁਗਤਦੀ ਹੈ, ਜਾ ਕੇ ਤੁਸੀਂ ਆਪਣੀ ਬੇਨਤੀ ਕਰ ਦੋ, ਕੋਈ ਨਾ ਕੋਈ ਹੀਲਾ ਵਸੀਲਾ ਮਹਾਂਪੁਰਖ ਕਰ ਦੇਣਗੇ। ਸੇਵਾਦਾਰ ਦਾ ਹੁਕਮ ਮੰਨ ਕੇ ਬਾਬਾ ਈਸਰ ਸਿੰਘ ਮਹਾਰਾਜ ਜੀਆਂ ਦੇ ਕੋਲ ਚਲੇ ਗਏ। ਸਾਰੀ ਸੰਗਤ ਭੁਗਤਦੀ ਰਹੀ। ਬਾਬਾ ਈਸਰ ਸਿੰਘ ਮਹਾਰਾਜ ਜੀ ਦੇ ਕੋਲ ਜਦੋਂ ਇਹ ਮਾਤਾ ਦੀ ਵਾਰੀ ਆਈ ਨਾ, ਕਹਿੰਦੇ ਆ ਮਾਤਾ ਕੀ ਗੱਲ ਹੋਈ? ਕਹਿੰਦੀ ਜੀ ਮੇਰਾ ਜੋੜਾ ਚੁੱਕਿਆ ਗਿਆ, ਅਸੀਂ ਜਾਣਾ ਹੁਣ ਤੁਰ ਕੇ, ਨੰਗੇ ਪੈਰੀ ਕਿਵੇਂ ਜਾਵਾਂਗੇ? ਜੋੜਾ ਚਾਹੀਦਾ ਕਿਹੜਾ? ਜੋੜਾ ਪੈਰਾਂ 'ਚ ਪਾਉਣ ਵਾਲਾ ਚਾਹੀਦਾ ਜਾਂ ਜੋੜਾ ਗੋਦੀ 'ਚ ਖੇਡਣ ਵਾਲਾ ਚਾਹੀਦਾ? ਕਹਿੰਦੇ ਇਹਨਾਂ ਦਾ ਵਿਆਹ ਹੋਇਆ ਨੂੰ ਵੀ ਬੜਾ ਸਮਾਂ ਹੋ ਗਿਆ ਸੀ, ਇਹਨਾਂ ਦੇ ਘਰ ਵੀ ਔਲਾਦ ਨਹੀਂ ਸੀ। ਕਹਿੰਦੇ ਜੋੜਾ ਦੱਸ ਦੇ ਚਾਹੀਦਾ ਕਿਹੜਾ? ਪੈਰਾਂ 'ਚ ਪਾਉਣ ਵਾਲਾ ਚਾਹੀਦਾ ਜਾਂ ਗੋਦੀ 'ਚ ਖਿਡਾਉਣ ਵਾਲਾ ਚਾਹੀਦਾ? ਕਹਿੰਦੀ ਜੀ ਮੈਂ ਨੰਗੇ ਪੈਰੀ ਤੁਰ ਕੇ ਜਾ ਵੜਾਂਗੀ, ਮੈਨੂੰ ਗੋਦੀ 'ਚ ਖਿਡਾਉਣ ਵਾਲਾ ਹੀ ਬਖਸ਼ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਨੂੰ ਗੋਦੀ 'ਚ ਖਿਡਾਉਣ ਵਾਲਾ ਹੀ ਬਖਸ਼ ਦਿਓ। ਕਹਿੰਦੇ ਪੂਰਨਮਾਸ਼ੀ ਤੇ ਹਾਜ਼ਰੀ ਭਰਿਆ ਕਰੋ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਵੱਧ ਤੋਂ ਵੱਧ ਬਾਣੀ ਦਾ ਜਾਪ ਕਰਿਆ ਕਰੋ, ਵੱਧ ਤੋਂ ਵੱਧ ਸਿਮਰਨ ਕਰਿਆ ਕਰੋ। ਸਤ ਵਚਨ ਕਿਹਾ, ਬਾਣੀ ਦੇ ਪਹਿਰੇ ਲਾਏ ਘਰ ਵਿੱਚ। ਬਾਬਾ ਈਸਰ ਸਿੰਘ ਮਹਾਰਾਜ ਜੀ ਦੇ ਬਚਨਾਂ ਨਾਲ ਫਿਰ ਇਹਨਾਂ ਦੇ ਘਰ ਜੋੜਾ ਹੋਇਆ, 2 ਪੁੱਤਰਾਂ ਦੀ ਬਖਸ਼ਿਸ਼ ਹੋਈ। ਇਸੇ ਤਰ੍ਹਾਂ ਹੁਣ ਇਹ ਬੀਬੀ ਨੇ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੂੰ ਪ੍ਰਸ਼ਾਦਾ ਛਕਾਇਆ, ਸਾਰਾ ਦੁੱਖ ਦੱਸਿਆ। ਮਹਾਰਾਜ ਜ਼ਮੀਨ ਵੀ ਗਹਿਣੇ ਪਈ ਹੈ, ਘਰ ਵਾਲਾ ਵੀ ਸ਼ਰਾਬ ਪੀਂਦਾ, ਘਰ ਵਿੱਚ ਵੀ ਗਰੀਬੀ ਹੈ, ਲੜਾਈ ਕਲੇਸ਼ ਵਾਧੂ ਦਾ, ਉੱਪਰੋਂ 15 ਸਾਲ ਹੋ ਗਏ, ਅਜੇ ਤੱਕ ਮਹਾਰਾਜ ਨੇ ਘਰ ਵਿੱਚ ਬੂਟਾ ਨਹੀਂ ਲਾਇਆ। ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿੰਦੇ, ਭਾਈ ਆਪਣੇ ਘਰ ਦੇ ਵਿੱਚ ਬਾਣੀ ਦੇ ਪਹਿਰੇ ਲਾ ਦਿਓ, ਰੰਗ ਲੱਗੂ ਰੰਗ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਬਾਣੀ ਦੇ ਪਹਿਰੇ ਲਾ ਦਿਓ, ਰੰਗ ਲੱਗ ਜਾਣਗੇ। ਨਾਲ ਵਿਸ਼ਵਾਸ ਨਾਲ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਬਾਣੀ ਪੜ੍ਹਿਆ ਕਰੇ, ਅਰਦਾਸ ਕਰਿਆ ਕਰੇ, ਮਹਾਰਾਜ ਕਿਰਪਾ ਕਰਿਓ। ਸਾਚੇ ਸਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹੈ, ਨਾਨਕ ਸੱਚੇ ਸਹਿਬ ਕਿਆ ਨਾਹੀ ਘਰ ਤੇਰਾ। ਮੈਂ ਪੜਦਾ ਹੁੰਨਾ ਧਾਰਨਾ ਬੇਨਤੀ ਦੀ। ਮੈਂ ਕੀ ਜਾਣਾ ਜੇ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ। ਮੈਂ ਕੀ ਜਾਣਾ ਜੇ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ। ਮੈਂ ਕੀ ਜਾਣਾ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ। ਮੈਂ ਕੀ ਜਾਣਾ ਜੇ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ। ਮੈਂ ਕੀ ਜਾਣਾ ਜੇ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ ਸੁਣ ਲੈ। ਮੈਂ ਕੀ ਜਾਣਾ ਜੇ ਮੇਰੀ ਸੁਣ ਲੈ, ਮੈਂ ਤਾਂ ਮੰਨਾ ਦੁਨੀਆ ਦੀ
ਕੇ ਮੇਰੀ ਸੁਣ ਲੈ ਮੈਂ ਤਾਂ ਮੰਨਾ। ਮੇਰੀ ਫਰਿਆਦ ਤੇਰੇ ਦਰ ਅੱਗੇ, ਮੈਂ ਹੋਰ ਸੁਣਾਵਾਂ ਕਿਹਨੂੰ, ਤੈਂ ਜਿਹਾ ਮੈਨੂੰ ਹੋਰ ਨਾ ਕੋਈ, ਮੈਂ ਜਿਹੇ ਲੱਖ ਤੈਨੂੰ। ਬਾਬਾ ਜੀ ਕਿਰਪਾ ਕਰਿਓ, ਰੋਜ਼ ਬਾਣੀ ਵੀ ਪੜ੍ਹਨੀ, ਅਰਦਾਸ ਬੇਨਤੀ ਵੀ ਕਰਨੀ। ਐਸੀ ਕਿਰਪਾ ਹੋਈ, ਸਾਲ ਦੇ ਅੰਦਰ ਅੰਦਰ ਹੀ ਮਹਾਰਾਜ ਨੇ 2 ਪੁੱਤਰਾਂ ਦੀ ਦਾਤ ਬਖਸ਼ ਦਿੱਤੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋੜੇ ਪੁੱਤ ਹੋਏ, 2 ਪੁੱਤਰ। ਤੇ ਸਾਧ ਸੰਗਤ, ਇੱਕ ਦਾ ਨਾਂ ਫਿਰ ਰੰਗੂ ਰੱਖਿਆ, ਦੂਸਰੇ ਦਾ ਲਾਲੂ ਰੱਖਿਆ। ਕਹਿੰਦੇ ਮਾਈ, ਇੱਕ ਪੁੱਤਰ ਦਾ ਨਾਂ ਰੰਗੂ, ਦੂਸਰੇ ਦਾ ਲਾਲੂ, ਇਦਾਂ ਦੇ ਨਾਂ ਕਿਉਂ ਰੱਖੇ? ਕਹਿੰਦੀ ਬਾਬਾ ਆਨੰਦ ਸਿੰਘ ਮਹਾਰਾਜ ਨੇ ਕਿਹਾ ਸੀ ਰੰਗ ਲੱਗੂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਬਚਨ ਕੀਤੇ ਸੀ ਵੀ ਰੰਗ ਲੱਗੂ, ਤਾਂ ਇੱਕ ਦਾ ਨਾਮ ਹੈ ਰੰਗੂ ਰੱਖਿਆ ਤੇ ਦੂਸਰੇ ਦਾ ਲਾਲੂ ਰੱਖਿਆ। ਮਾਈ ਸਤ 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 ਹਰ, ਸਤ 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 ਸਾਧਾ, ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਛੀਕ ਗਾਂਠਰੀ ਪਾਦਾ। ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਮਹਾਂਪੁਰਖਾਂ ਦੇ ਬਚਨ ਸਾਧੂ ਬੋਲੇ ਸਹਿਸ ਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ, ਬਿਰਥਾ ਨਾ ਜਾਏ। ਜਿਨ੍ਹਾਂ ਦੀ ਭਾਵਨਾ ਹੈ, ਜਿਨ੍ਹਾਂ ਦੀ ਸ਼ਰਧਾ ਹੈ, ਜ਼ਰੂਰ ਉਹ ਮਹਾਂਪੁਰਖਾਂ ਤੋਂ ਖੁਸ਼ੀਆਂ ਲੈ ਜਾਂਦੇ ਆ, ਜ਼ਰੂਰ ਉਹ ਮਹਾਂਪੁਰਖਾਂ ਤੋਂ ਬਖਸ਼ਿਸ਼ਾਂ ਲੈ ਜਾਂਦੇ ਆ। ਅੱਜ ਜਦੋਂ ਭਾਈ ਸੁਰਜੀਤ ਸਿੰਘ ਜੀ ਹੁਣਾਂ ਦੇ ਪਰਿਵਾਰ ਨੂੰ ਆ ਕਰਕੇ ਮਿਲੇ ਤੇ ਦੱਸ ਰਹੇ ਸੀ ਕਿਵੇਂ ਬਾਬਾ ਆਨੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਹੈ, ਮਿਹਰ ਹੋਈ ਹੈ, ਕਿਵੇਂ ਮਾਲਕ ਨੇ ਰੰਗ ਭਾਗ ਲਾਏ ਆ। ਤੇ ਜਦੋਂ ਇਹ ਮਾਤਾ ਜੀ ਮੈਨੂੰ ਆਪਣੇ ਘਰ ਦਾ ਹਾਲ ਸੁਣਾ ਰਹੇ ਸੀ ਤੇ ਮੇਰੇ ਬੈਠੇ ਦੇ ਧਿਆਨ ਵਿੱਚ ਇਹ ਸਾਖੀ ਆ ਰਹੀ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਵੇਂ ਮੈਂ ਕਿਹਾ ਉਹ ਮਾਤਾ ਨੂੰ ਰੰਗ ਭਾਗ ਲਾਏ, ਉਵੇਂ ਇਹ ਮਾਤਾ ਨੂੰ ਵੀ ਰੰਗ ਭਾਗ ਲਾਏ, ਪਰਿਵਾਰ ਨੂੰ ਵੀ ਰੰਗ ਭਾਗ ਲਾਏ। ਤੇ ਮਾਲਕ ਦਾ ਸ਼ੁਕਰਾਨਾ, ਬਾਬਾ ਜੀ ਦਾ ਸ਼ੁਕਰਾਨਾ ਇਹ ਪਰਿਵਾਰ ਕਰ ਰਿਹਾ ਹੈ ਤੇ ਅਰਦਾਸ ਕਰ ਰਿਹਾ, ਮਹਾਰਾਜ ਕਿਰਪਾ ਕਰਿਓ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਬਿਹਾਵੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕ ਨਹਾਵੇ। ਮਹਾਰਾਜ ਜਿਹੜਾ ਪ੍ਰੇਮ ਬਣਿਆ ਨਾ, ਇਹ ਪੀੜ੍ਹੀਆਂ ਤੱਕ ਨਿਭ ਜਾਵੇ। ਇਹ ਜਿਹੜਾ ਨੇਮ ਬਣਿਆ, ਇਹ ਪੀੜ੍ਹੀਆਂ ਤੱਕ ਨਿਭ ਜਾਵੇ। ਜੇ ਦਿਲੋਂ ਅਰਦਾਸ ਕਰੀਏ ਤੇ ਜ਼ਰੂਰ ਗੁਰੂ ਸਾਹਿਬ ਬਾਹ ਫੜਦੇ ਆ, ਦਿਲੋਂ ਅਰਦਾਸ ਕਰੀਏ ਜ਼ਰੂਰ ਮਹਾਂਪੁਰਖ ਸਹਾਈ ਹੁੰਦੇ ਆ। ਆਓ ਅਰਦਾਸ ਰੂਪੀ ਕਵਿਤਾ ਕਹਿ ਕੇ ਫਿਰ ਅਰਦਾਸ ਖਿਮਾ ਦਾ ਜਾਚਕ ਹੋਏਗਾ। ਸਾਰਿਆਂ ਸੰਗਤਾਂ ਨੇ ਨਾਲ ਨਾਲ ਬੋਲਣ ਦਾ ਯਤਨ ਕਰਨਾ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਓ ਸਾਰੇ ਜਾਣੇ ਆਪਾਂ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕਰੀਏ। ਦਿਨ ਚੜਿਆ ਚੜ ਕੇ ਛਿਪ ਚੱਲਿਆ, ਹਲੇ ਤੱਕ ਆਸ ਦੀ ਮੁੱਕੀ ਨਹੀਂ। ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਦਿਨ ਚੜ੍ਹਦੇ ਆ, ਕਿੰਨੇ ਕੁ ਛਿਪ ਜਾਂਦੇ ਆ। ਮਹਾਰਾਜ ਪਤਾ ਨਹੀਂ ਕਿੰਨੇ ਕੁ ਚੜ੍ਹੇ, ਕਿੰਨੇ ਕੁ ਛਿਪ ਗਏ, ਪਰ ਸਾਡੀ ਜਿਹੜੀ ਆਸ ਹੈ ਨਾ ਉਵੇਂ ਬਣੀ ਹੈ। ਇਹ ਨਹੀਂ ਮੁੱਕ ਸਕਦੀ, ਦਿਨ ਵੀ ਮੁੱਕ ਗਏ, ਰਾਤ ਵੀ ਮੁੱਕ ਗਈ, ਪਰ ਗੁਰਸਿੱਖ ਦੀ ਕਦੇ ਆਸ ਨਾ ਮੁੱਕੇ। ਹਲੇ ਤੱਕ ਆਸ ਦੀ ਮੁੱਕੀ ਨਹੀਂ,
ਤੇ ਬਣ ਹੱਡੀਆਂ ਦਾ ਪਿੰਜਰ ਗਈ, ਪਰ ਨਬਜ ਹਲੇ ਤੱਕ ਰੁਕੀ ਨਹੀਂ। ਅਸੀਂ ਆਸਾਂ ਲਾਈ ਬੈਠੇ ਆਂ, ਅਸੀਂ ਆਸਾਂ ਲਾਈ ਬੈਠੇ ਆਂ, ਕਦ ਖੈਰ ਝੋਲੀ ਵਿੱਚ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਹੁਕਮ ਦੇ ਅੰਦਰ ਹੀ ਇਹ ਦੁਨੀਆ ਸਾਰੀ ਚੱਲਦੀ ਏ। ਤੇਰੇ ਹੁਕਮ ਨਾਲ ਪੈਦਾ ਹੁੰਦੀ ਏ, ਤੇਰੇ ਹੁਕਮ ਨਾਲ ਖਾਕ ਰਲਦੀ ਏ। ਇੱਕ ਤੇਰੇ ਹੁਕਮ ਦੇ ਅੰਦਰ ਹੀ ਦੁਨੀਆ ਸਾਰੀ ਚੱਲਦੀ ਏ। ਤੇਰੇ ਹੁਕਮ ਚ ਪੈਦਾ ਹੁੰਦੀ ਏ, ਤੇਰੇ ਹੁਕਮ ਨਾਲ ਖਾਕ ਰਲਦੀ ਏ। ਇਹ ਪੰਜਰ ਬਣ ਗਈ ਜ਼ਿੰਦਗੀ ਨੂੰ, ਪੰਜਰ ਬਣ ਗਈ ਜ਼ਿੰਦਗੀ ਨੂੰ, ਫਤਿਹਪੁਰ ਆਸਾਂ ਦਾ ਲਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਫਿਰ ਦੋਵੇਂ ਰਾਤ ਵਿਛੋੜੇ ਦੀ, ਮੂੰਹ ਸਾਹਮਣੇ ਅੱਡ ਕੇ ਖੜ ਗਈ ਏ। ਇੱਕ ਪਲ ਵੀ ਲੱਗਦਾ ਪਹਿਰ ਜਿਹਾ, ਜਿੰਦ ਵਿੱਚ ਵਿਚਾਲੇ ਖੜ ਗਈ ਏ। ਫਿਰ ਦੋਵੇਂ ਰਾਤ ਵਿਛੋੜੇ ਦੀ, ਪਲ ਵੀ ਲੱਗਦਾ ਪਹਿਰ ਜਿਹਾ, ਜਿੰਦ ਵਿੱਚ ਵਿਚਾਲੇ ਅੜ ਗਈ ਏ।
ਸਭ ਸਹਾਰੇ ਮੁੱਕ ਗਏ ਨੇ। ਮੈਂ ਸੁਣਿਆ ਪੈਂਦੀ ਠਹਿਰਿਓ ਨਾ, ਜੋ ਦਰ ਤੇਰੇ ਤੇ ਝੁਕ ਗਏ ਨੇ। ਬਾਬਾ ਨਾਨਕ ਜੀ ਇੱਕ ਓਟ ਤੇਰੀ ਹੋ, ਸਭ ਸਹਾਰੇ ਮੁੱਕ ਗਏ ਨੇ। ਮੈਂ ਸੁਣਿਆ ਪੈਂਦੀ ਠਹਿਰਿਓ ਨਾ, ਜੋ ਦਰ ਤੇਰੇ ਤੇ ਝੁਕ ਗਏ ਨੇ। ਸਾਰੇ ਆਖੇ ਖੜੇ ਭਿਖਾਰੀ ਨੂੰ, ਆਖੇ ਖੜੇ ਭਿਖਾਰੀ ਨੂੰ, ਦੱਸ ਹੋਰ ਕਿੰਨਾ ਤਰਸਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਜ਼ਰ ਮਿਹਰ ਦੀ ਪਾਵੇਂਗਾ। ਕਦ ਖੈਰ ਝੋਲੀ ਵਿੱਚ ਪਾਵੇਂਗਾ, ਦੱਸ ਹੋਰ ਕਿੰਨਾ ਤਰਸਾਵੇਂਗਾ। ਕਦ ਨਜ਼ਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਦਰ ਮਿਹਰ ਦੀ ਪਾਵੇਂਗਾ। ਜ਼ਿੰਦਗੀ ਦੀਆਂ ਸ਼ਾਮਾਂ ਢਲ ਚੱਲੀਆਂ, ਕਦ ਨਦਰ ਮਿਹਰ ਦੀ ਪਾਵੇਂਗਾ। ਸੋ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਸੇਵਕ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰਨ, ਜੋ ਵੀ ਮਨੋਕਾਮਨਾ ਭਾਵਨਾ ਨੂੰ ਲੈ ਕਰਕੇ ਗੁਰੂ ਸਾਹਿਬ ਜੀ ਦੇ ਸੰਗਤਾਂ ਦੇ ਚਰਨ ਪਰਸੇ, ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ। ਸੇਵਕ ਪਰਿਵਾਰ ਦੀ ਭਾਵਨਾ ਸਤਿਗੁਰੂ ਪੂਰੀ ਕਰਨ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨ। ਅੱਗੇ ਤੋਂ ਵੀ ਇਸੇ ਤਰ੍ਹਾਂ ਗੁਰਮਤਿ ਸਮਾਗਮ ਮਨਾਉਣ ਦਾ ਬਾਲੋ ਉਤਸ਼ਾਹ ਬਖਸ਼ਿਸ਼ ਕਰਨ। ਆਈਆਂ ਸੰਗਤਾਂ ਦਾ ਵੀ ਧੰਨਵਾਦ। ਸੁਖ ਫਿਲਮ ਜਵਾਰੇ ਵੀਰ ਜੀ ਜੋ ਸਪੈਸ਼ਲ ਸਾਰੀ ਰਿਕਾਰਡਿੰਗ ਕਰਨ ਵਾਸਤੇ ਪਹੁੰਚੇ ਨੇ, ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ। ਸੋ ਇਹਨਾਂ ਵੱਲੋਂ ਇੱਕ ਮਹਾਨ ਉਦਮ ਉਪਰਾਲਾ ਕੀਤਾ ਗਿਆ। YouTube ਚੈਨਲ ਸੁਖ ਫਿਲਮ ਜਾਪ ਜੀ ਸਰਚ ਕਰ ਸਕਦੇ ਤੋ ਇਹਦੇ ਤੇ ਇਹਨਾਂ ਨੇ ਇੱਕ ਪ੍ਰੋਗਰਾਮ ਹੁਣ ਸ਼ੁਰੂ ਕੀਤਾ, ਦਰਸ਼ਨ ਗੁਰੂ ਧਾਮਾਂ ਦੇ। ਜਿੰਨੇ ਵੀ ਆਪਣੇ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੇ ਜਾਂ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਮਹਾਰਾਜ ਦੇ ਚਰਨ ਪਏ, ਜਿੱਥੇ ਜਿੱਥੇ ਧਰਤੀ ਨੂੰ ਬਖਸ਼ਿਸ਼ ਹੋਈ ਹੈ, ਉਹਨਾਂ ਅਸਥਾਨਾਂ ਦੇ ਇਹ ਸਾਰੀ ਰਿਕਾਰਡਿੰਗ ਕਰਕੇ ਫਿਰ ਦਰਸ਼ਨ ਕਰਾਉਂਦੇ ਨੇ। ਆਪਾਂ ਹਰੇਕ ਜਗ੍ਹਾ ਨਹੀਂ ਪਹੁੰਚ ਸਕਦੇ, ਨਹੀਂ ਦਰਸ਼ਨ ਕਰ ਸਕਦੇ, ਉਹਨਾਂ ਗੁਰੂ ਧਾਮਾਂ ਦੇ ਆਪਾਂ ਘਰ ਬੈਠ ਕੇ ਦਰਸ਼ਨ ਕਰ ਸਕਦੇ ਹਾਂ। ਇਸ ਕਰਕੇ ਤੁਸੀਂ ਇਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਨਵੇਂ ਤੋਂ ਨਵੇਂ ਸਮਾਗਮ ਔਰ ਜੋ ਗੁਰੂ ਧਾਮਾਂ ਦੇ ਦਰਸ਼ਨ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ, ਉਹ ਆਪ ਜੀ ਘਰ ਬੈਠ ਕੇ ਸਾਰੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਸੋ ਇਹਨਾਂ ਵੀਰਾਂ ਦਾ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰਾਨਾ। ਆਓ ਆਨੰਦ ਸਾਹਿਬ ਦਾ ਜਪ ਕਰਕੇ ਆਪਾਂ ਕੀਰਤਨ ਦੀ ਸਮਾਪਤੀ ਕਰੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਹਿਜ ਸਿੱਧੀ ਰਜੀਆਂ ਬਦਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਆਈਆਂ। ਗਾਵੋ ਹਰੀ ਕੇਰਾ ਮਨ
ਜੀ ਵਸਾਇਆ ਹਰ ਨਾਮ